ਧੰਨ ਵਾਹਿਗੁਰੂ ਜੀਓ। ਰਾਜਨ ਕੌਣ ਤੁਮਹਾਰੇ ਆਵੈ, ਐਸੋ ਭਾਉ ਬਿਦਰ ਕੋ ਦੇਖਿਓ। ਓਹ ਗਰੀਬ ਮੋਹਿ ਭਾਵੈ, ਰਾਜਨ ਕੌਣ ਤੁਮਹਾਰੇ ਆਵੈ, ਐਸੋ ਭਾਉ ਬਿਦਰ ਕੋ ਦੇਖਿਓ। ਓਹ ਗਰੀਬ ਮੋਹਿ ਭਾਵੈ, ਰਹਾਉ। ਹਸਤੀ ਦੇਖ ਭਰਮ ਤੇ ਭੂਲਾ, ਸ਼੍ਰੀ ਭਗਵਾਨ ਨਾ ਜਾਣਿਆ। ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰੈਨ ਬਿਹਾਨੀ। ਕਬੀਰ ਕੋ ਠਾਕੁਰ ਆਨੰਦ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰੈਨ ਬਿਹਾਨੀ। ਕਬੀਰ ਕੋ ਠਾਕੁਰ ਆਨੰਦ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਮਾਲਕ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਆਪਾਂ ਸਭਨਾਂ ਨੂੰ ਆਪਣੀ ਮੁਬਾਰਕ ਚਰਨ ਸ਼ਰਨ ਵਿੱਚ ਜੁੜ ਬੈਠਣ ਦਾ ਇਹ ਉੱਤਮ ਸਮਾਂ ਬਖਸ਼ਿਸ਼ ਕੀਤਾ ਹੈ। ਹੁਜ਼ੂਰ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਬੜੇ ਪ੍ਰੇਮ ਸਹਿਤ ਸਰਵਣ ਕੀਤੇ ਹਨ। ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਰਾਗ ਮਾਰੂ ਦੇ ਵਿੱਚੋਂ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1105 ਉੱਪਰ ਸੁਭਾਇਮਾਨ ਹੈ, ਆਪ ਜੀ ਨੇ ਹੁਣੇ ਹੀ ਪਾਠ ਦੇ ਰੂਪ ਵਿੱਚ ਸਰਵਣ ਕੀਤਾ ਹੈ। ਇਸ ਰਾਗ ਦੇ ਅੰਦਰ ਭਗਤ ਜੀ ਮਹਾਰਾਜ ਦੇ ਕੁੱਲ 9 ਸ਼ਬਦ ਦਰਜ ਨੇ ਤੇ 2 ਸ਼ਲੋਕ ਦਰਜ ਨੇ। ਸੋ ਸ਼ਬਦਾਂ ਦੀ ਗਿਣਤੀ ਦੇ ਮੁਤਾਬਕ ਇਹ 9ਵਾਂ ਸ਼ਬਦ ਹੈ। ਇਸ ਦੇ ਨਾਲ ਹੀ 2 ਸ਼ਲੋਕ ਦਰਜ ਨੇ ਤੇ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦੀ ਇਸ ਰਾਗ ਵਿੱਚ ਸਮਾਪਤੀ ਹੋ ਜਾਂਦੀ ਹੈ। ਭਗਤ ਜੀ ਮਹਾਰਾਜ ਨੇ ਇਸ ਸ਼ਬਦ ਵਿੱਚ ਇੱਕ ਖਾਸ ਪੁਰਾਣਕ ਹਵਾਲਾ ਵਰਤਿਆ ਹੈ। ਸਭ ਤੋਂ ਪਹਿਲਾਂ ਇਸ ਨੁਕਤੇ ਨੂੰ ਸਮਝਣ ਦਾ ਯਤਨ ਕਰੀਏ ਤਾਂ ਕਿ ਸ਼ਬਦ ਦਾ ਯਥਾਰਥ ਭਾਵ ਸਾਡੀ ਸਮਝ ਵਿੱਚ ਸੁਖੱਲਾ ਆ ਜਾਏ। ਭਗਤ ਕਬੀਰ ਸਾਹਿਬ ਜੀ ਮਹਾਰਾਜ ਅਜਿਹੇ ਪਰਿਵਾਰ ਵਿੱਚ ਪੈਦਾ ਹੋਏ ਹਨ ਜਿਨ੍ਹਾਂ ਦਾ ਜੱਦੀ ਪੁਸ਼ਤੀ ਜਿਹੜਾ ਕਿੱਤਾ ਜਾਂ ਕਿਰਤ ਹੈ
ਰੁਜ਼ਗਾਰ ਹੈ ਉਹ ਹੈ ਖੱਡੀ ਦੇ ਉੱਤੇ ਕੱਪੜਾ ਬੁਣਨਾ। ਅਜਿਹਾ ਕਾਰਜ ਕਰਨ ਵਾਲਿਆਂ ਨੂੰ ਜੁਲਾਹੇ ਕਹਿ ਕੇ ਸੱਦਿਆ ਜਾਂਦਾ ਹੈ, ਬੁਲਾਇਆ ਜਾਂਦਾ ਹੈ। ਤੇ ਇਹ ਗੱਲ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਭਾਰਤੀ ਪ੍ਰਬੰਧ ਦੇ ਵਿੱਚ, ਸਮਾਜਿਕ ਪ੍ਰਬੰਧ ਵਿੱਚ ਜਾਤੀ ਪ੍ਰਥਾ ਦੀਆਂ ਜਿਹੜੀਆਂ ਗੰਢਾਂ ਨੇ ਉਹ ਬੜੀਆਂ ਮਜ਼ਬੂਤ ਨੇ। ਜਾਤ ਅਤੇ ਬਰਾਦਰੀ ਦਾ ਇਹ ਜਿਹੜਾ ਚਲਨ ਹੈ ਬੜਾ ਪੁਰਾਣਾ ਹੈ ਤੇ ਬੜਾ ਹੀ ਮਜ਼ਬੂਤ ਕਿਸਮ ਦਾ ਹੈ। ਤਰਾਸਦੀ ਦੀ ਬਾਤ ਇਹ ਹੈ ਵੀ ਉਤੋਂ ਇਹਨੂੰ ਧਾਰਮਿਕ ਲੋਕਾਂ ਵੱਲੋਂ ਪੂਰੀ ਪ੍ਰਵਾਨਗੀ ਮਿਲੀ ਹੋਈ ਹੈ ਤੇ ਇਹਦੀ ਸਥਾਪਤੀ ਵਿੱਚ ਧਰਮ ਗ੍ਰੰਥਾਂ ਦੇ ਲੇਖ, ਕਥਾਵਾਂ, ਮੰਤਰ ਤੇ ਸ਼ਲੋਕ ਇਹਦੇ ਉੱਤੇ ਮੋਹਰ ਲਾਉਂਦੇ ਨੇ। ਗੱਲ ਕੇਵਲ ਇਹਦੀ ਨਹੀਂ, ਇੱਕ ਧਿਰ ਦੂਜੀ ਧਿਰ ਨੂੰ ਨੀਚ, ਅਛੂਤ, ਬੁਰੇ ਅਜਿਹੇ ਸ਼ਬਦਾਂ ਨਾਲ ਯਾਦ ਕਰਦੀ ਹੈ ਤੇ ਉਹਨਾਂ ਦੇ ਨਾਲ ਵਰਤਣ ਵਿੱਚੋਂ ਗੁਰੇਜ਼ ਕਰਦੀ, ਯਾਨੀ ਇਨਸਾਨ ਨੂੰ ਵੀ ਇਨਸਾਨ ਸਮਝਣ ਦੀ ਬਜਾਏ ਉਹਨੂੰ ਇਸ ਨਜ਼ਰ ਨਾਲ ਵੇਖਿਆ ਜਾਂਦਾ ਹੈ ਵੀ ਇਹ ਕਿਹੜੀ ਬਰਾਦਰੀ ਦਾ ਹੈ, ਕਿਹੜੀ ਜਾਤੀ ਦਾ ਹੈ, ਇਹਦਾ ਰੁਤਬਾ ਕੀ ਹੈ। ਇਸ ਗੱਲ ਮੈਟਰ ਨਹੀਂ ਕਰਦੀ ਵੀ ਉਹ ਕਿੰਨਾ ਸਿਆਣਾ ਹੈ, ਕਿੰਨਾ ਅਕਲਮੰਦ ਹੈ, ਕਿੰਨਾ ਉਹਦਾ ਕਿਰਦਾਰ ਚੰਗਾ ਹੈ, ਕਿੰਨਾ ਉਹ ਭਲਾ ਪੁਰਖ ਹੈ। ਇਹ ਗੱਲਾਂ ਨੂੰ ਕੋਈ ਵਜ਼ਨ ਨਹੀਂ ਦਿੱਤਾ ਜਾਂਦਾ। ਵਜ਼ਨ ਇਸ ਗੱਲ ਦਾ ਹੈ ਇਹਦੀ ਸਮਾਜਿਕ ਤੌਰ ਦੇ ਉੱਤੇ ਦਰਜਾਬੰਦੀ ਦੇ ਹਿਸਾਬ ਨਾਲ ਇਹਦਾ ਸਟੇਟਸ ਕੀ ਹੈ। ਇਹ ਮਨੁੱਖਤਾ ਦੀ ਸ਼ੁਰੂ ਤੋਂ ਹੀ ਦੁਸ਼ਵਾਰੀ ਰਹੀ ਹੈ। ਤੁਸੀਂ ਧਿਆਨ ਵਿੱਚ ਰੱਖਣਾ ਵੀ ਪਾਪੀ ਲੋਕਾਂ ਨੂੰ, ਜ਼ਾਲਮ ਲੋਕਾਂ ਨੂੰ ਬਹੁ ਗਿਣਤੀ ਨੇ ਸਲਾਮਾਂ ਕੀਤੀਆਂ ਨੇ, ਨਹੀਂ ਤਾਂ ਔਰੰਗਜ਼ੇਬ ਵਰਗੇ ਰਾਜ ਥੋੜ੍ਹਾ ਕਰ ਜਾਂਦੇ ਜੇ ਬਹੁ ਗਿਣਤੀ ਨੂੰ ਅਕਲ ਹੁੰਦੀ ਤਾਂ। ਮੁੱਠੀ ਭਰ ਲੋਕਾਂ ਨੇ ਉਹਨਾਂ ਜ਼ਾਲਮਾਂ ਦੇ ਖਿਲਾਫ ਆਵਾਜ਼ ਚੁੱਕੀ, ਉਹਨਾਂ ਨੂੰ ਸ਼ਹੀਦੀਆਂ ਵੀ ਦੇਣੀਆਂ ਪਈਆਂ, ਕੁਰਬਾਨੀਆਂ ਦੇਣੀਆਂ ਪਈਆਂ, ਆਪਣੀ ਤਬਾਹੀ ਕਰਵਾਈ। ਪਰ ਬਹੁ ਗਿਣਤੀ ਤਾਂ ਉਹਨਾਂ ਦੇ ਅੱਗੇ ਸਿਜਦੇ ਕਰਨ ਵਾਲੀ ਰਹੀ ਹੈ। ਯਾਨੀ ਆਮ ਬੰਦਾ ਸੋਚਦਾ ਵੀ ਟਾਈਮ ਟਪਾਓ, ਆਪਣਾ ਸਮਾਂ ਕੱਢੋ, ਐਵੇਂ ਖੁਆਰ ਹੋਵਾਂਗੇ, ਨੁਕਸਾਨ ਕਰਾਵਾਂਗੇ, ਭਾਵੇਂ ਗਲਤ ਹੈ, ਮੈਂ ਮੰਨਦਾ ਕਿ ਗਲਤ ਹੈ, ਪਰ ਕੀ ਲੋੜ ਹੈ। ਐਵੇਂ ਕੌੜੇ ਤਜਰਬੇ ਵਿੱਚੋਂ ਲੰਘਣਾ ਪਏਗਾ। ਸੱਚਾਈ ਇਸ ਤਰ੍ਹਾਂ ਹੀ ਹੈ। ਤੋ ਜਿਹੜਾ ਕਮਜ਼ੋਰ ਹੋਵੇ ਉਹਨੂੰ ਦਬਾ ਲਿਆ ਜਾਂਦਾ ਹੈ ਤੇ ਜਿਹੜਾ ਤਕੜਾ ਹੋਵੇ ਉਹਦੇ ਅੱਗੇ ਸਿਰ ਝੁਕਾ ਲਿਆ ਜਾਂਦਾ ਹੈ। ਬਹੁ ਗਿਣਤੀ ਐਵੇਂ ਹੀ ਕਰਦੀ ਹੈ। ਵਰਨਾ ਸਾਹਿਬ ਜੀ ਬਾਣੀ ਵਿੱਚ ਇਹ ਸ਼ਬਦ ਕਿਵੇਂ ਕਹਿੰਦੇ, ਅੰਧੀ ਰਈਅਤ ਗਿਆਨ ਵੀ ਹੋਣੀ, ਪਾਹ ਭਰੇ ਮੁਰਦਾਰ। ਪਰਜਾ ਅੰਧੀ ਗਿਆਨ ਬਿਨ ਕੂੜ ਕੁਸੱਤ ਮੁਖੋਂ ਆਲਾਈ। ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਨੇ। ਇਹ ਸਿਚੁਏਸ਼ਨ ਹੈ, ਇਹ ਹਰ ਵੇਲੇ ਹੀ ਰਹਿੰਦੀ ਹੈ। ਇਹ ਨਹੀਂ ਵੀ ਕੇਵਲ ਉਦੋਂ ਹੀ ਸੀ, ਅੱਜ ਵੀ ਹੈ। ਭਗਤ ਕਬੀਰ ਸਾਹਿਬ ਮਹਾਰਾਜ ਕਿੰਨੇ ਉੱਚੇ ਜੀਵਨ ਦੇ ਮਾਲਕ ਨੇ, ਕਿੰਨੇ ਧਰਮੀ ਨੇ, ਕਿੰਨੇ ਅਧਿਆਤਮਵਾਦੀ ਨੇ, ਪਰਮੇਸ਼ਰ ਦੀ ਬੰਦਗੀ ਵਾਲੇ ਨੇ, ਸਤਿਕਾਰ ਦੇ ਪਾਤਰ ਨੇ, ਪੂਜਨੀਕ ਨੇ। ਪਰ ਕਬੀਰ ਜੀ ਮਹਾਰਾਜ ਨੂੰ ਵੀ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੂੰ ਉਹਨਾਂ ਦੀ ਕਾਸਟ ਕਰਕੇ, ਉਹਨਾਂ ਦੀ ਜਾਤੀ ਕਰਕੇ, ਉਹਨਾਂ ਦੀ ਬਰਾਦਰੀ ਕਰਕੇ, ਉਹਨਾਂ ਦੇ ਕਿੱਤੇ ਕਰਕੇ ਬੜਾ ਕੁਝ ਕਿਹਾ ਗਿਆ। ਇਹ ਸ਼ਬਦ ਉਹਨਾਂ ਦੇ ਨੇ, ਆਪਾਂ ਉਹਨਾਂ ਦੇ ਸ਼ਲੋਕਾਂ 'ਚੋਂ ਪੜ੍ਹਾਂਗੇ। ਕਬੀਰ ਮੇਰੀ ਜਾਤ ਕਹੋ ਸਭ ਕੋ ਹਸਨਿਆਰ। ਕਿਉਂਕਿ ਕਬੀਰ ਜੀ ਮਹਾਰਾਜ ਕਾਂਸ਼ੀ ਦੇ ਰਹਿਣ ਵਾਲੇ ਸਨ। ਜਦੋਂ ਇਹ ਸ਼ਬਦ ਕਹਿੰਦੇ ਸਭ ਕੋ ਹਸਨੇ, ਵੀ ਹੱਸਦੇ ਨੇ ਲੋਕ, ਯਾਨੀ ਮਜ਼ਾਕ ਦਾ ਪਾਤਰ ਸਮਝਦੇ ਨੇ। ਜਦੋਂ ਤਾਂ ਉਹ ਮੇਰੀ ਗੱਲ ਕਰਨਗੇ ਤਾਂ ਉਹਨਾਂ ਨੂੰ ਮੈਨੂੰ ਝਠਲਾਉਣ ਦਾ ਜਿਹੜਾ ਤਰੀਕਾ ਹੈ ਉਹ ਕੀ ਹੈ, ਅੱਛਾ ਜਿਹੜਾ ਖੱਡੀ ਚਲਾਉਣ ਵਾਲਾ ਜੁਲਾਇਆ, ਜਿਹੜਾ ਉਹ ਨੀਵੀਂ ਬਰਾਦਰੀ ਦਾ, ਉਹਦੀ ਗੱਲ ਕਰਦੇ ਹੋ। ਪਤਾ ਵੀ ਹੁੰਦਾ ਹੈ, ਪਰ ਉਸ ਚੀਜ਼ ਨੂੰ ਨਾਲ ਉਹਨਾਂ ਨੇ ਅਟੈਚ ਕਰਨਾ ਹੈ। ਯਾਨੀ ਕਿ ਇਸ ਚੀਜ਼ ਨੂੰ ਹਕਾਰਤ ਦੀ ਦ੍ਰਿਸ਼ਟੀ ਨਾਲ ਵੇਖਦੇ ਨੇ। ਇਹ ਤਰੀਕਾ ਹੈ ਪ੍ਰਾਪੋਗੰਡਾ, ਇੱਕ ਕਿਸੇ ਬੰਦੇ ਨੂੰ ਮਨਫੀ ਕਰਨ ਦਾ, ਕਿਸੇ ਨੂੰ ਨੀਵਾਂ ਵਿਖਾਉਣ ਦਾ, ਕਿਸੇ ਨੂੰ ਮਾਈਨਸ ਕਰਨ ਦੀ ਕੋਸ਼ਿਸ਼ ਕਰਨ ਦਾ।
ਹਾਲਾਂਕਿ ਇਵੇਂ ਕਬੀਰ ਸਾਹਿਬ ਨੂੰ ਫਰਕ ਕੋਈ ਨਹੀਂ ਪੈਂਦਾ, ਉਹ ਤਾਂ ਚੜ੍ਹਦੇ ਸੂਰਜ ਨੇ। ਉਹਨਾਂ ਨੇ ਖੁਦ ਲਿਖਿਆ, ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣਾ। ਕਹਿੰਦੇ ਮੈਨੂੰ ਤਾਂ ਸਦਕੇ ਜਾਣ, ਮੇਰੇ ਅੰਦਰ ਨਹੀਂ ਹੀਣ ਭਾਵਨਾ ਹੈ, ਪਰ ਇਹਨਾਂ ਲੋਕਾਂ ਦੀ ਮੈਂ ਗੱਲ ਕਰਦਾ ਵੀ ਜਿਨ੍ਹਾਂ ਨੂੰ ਗੱਲ ਹੀ ਜਿਨ੍ਹਾਂ ਦੇ ਹੱਥ 'ਚ ਇਹ ਆਈ, ਇਹ ਇਹਦੋਂ ਉੱਪਰ ਉੱਠ ਨਹੀਂ ਸਕਦੇ, ਇਹ ਉੱਥੇ ਹੀ ਖੜੇ ਰਹਿਣਗੇ। ਤੇ ਮੈਂ ਬਿਨ੍ਹਾਂ ਕਰਦਾ, ਆਪਾਂ ਇਸ ਬਾਣੀ ਨੂੰ ਮੱਥਾ ਟੇਕਦੇ ਹਾਂ, ਇਸ ਬਾਣੀ ਦੀ ਆਪਾਂ ਪਰਿਕਰਮਾ ਕਰਦੇ ਹਾਂ। ਤੇ ਸੁਰਤਾਂ ਸਾਡੀਆਂ ਵੀ ਅਪਾਹਜ ਹੀ ਨੇ, ਸਾਡਾ ਸਮਾਜ, ਸਾਡੀ ਕੌਮੀਅਤ ਵੀ ਇਹਨਾਂ ਚੀਜ਼ਾਂ ਤੋਂ ਬਚੀ ਥੋੜ੍ਹਾ ਕਿਤੇ। ਜਿਹੜਾ ਧਰਮ ਹੈ ਨਾ, ਜਿਹੜੀ ਗੁਰੂ ਸਾਹਿਬ ਦੀ ਸੋਚ, ਮਹਾਰਾਜ ਦੀਆਂ ਕੁਰਬਾਨੀਆਂ, ਸੱਚੇ ਪਾਤਸ਼ਾਹ ਦੀਆਂ ਦੇਣਾ ਨੇ ਸਾਨੂੰ, ਸੱਚੀ ਗੱਲ ਤਾਂ ਇਹ ਹੈ ਵੀ ਅਸੀਂ ਉਹਨਾਂ ਤੋਂ ਬੜੇ ਹੀ ਦੂਰ ਹਾਂ। ਉਹਨਾਂ ਤੋਂ ਅਸੀਂ ਉਹਨਾਂ 'ਤੇ ਅਮਲ ਨਹੀਂ ਕੀਤਾ, ਅਸੀਂ ਵੀ, ਸਾਡੀ ਕੌਮ ਨੇ ਵੀ ਨਹੀਂ ਕੀਤਾ, ਅਸੀਂ ਸਿੱਖਾਂ ਨੇ ਵੀ ਨਹੀਂ ਕੀਤਾ ਹੁੰਦਾ ਤੇ ਬਰਾਦਰੀਆਂ ਦੇ ਨਾਂ 'ਤੇ ਗੁਰੂ ਗ੍ਰੰਥ ਸਾਹਿਬ ਦੇ ਵੱਖਰੇ ਵੱਖਰੇ ਪ੍ਰਕਾਸ਼ ਹੁੰਦੇ। ਜਰਾ ਸੋਚੋ, ਜਾਂ ਗੁਰਦੁਆਰਾ ਭਾਪਿਆਂ ਦਾ, ਜੱਟਾਂ ਦਾ, ਤਰਖਾਣਾਂ ਦਾ, ਮਜ਼੍ਹਬੀਆਂ ਦਾ, ਇੱਦਾਂ ਹੁੰਦਾ ਨਹੀਂ। ਗੁਰਦੁਆਰਾ ਤਾਂ ਫਿਰ ਗੁਰਦੁਆਰਾ ਹੀ ਹੁੰਦਾ ਨਾ। ਫਿਰ ਅਸੀਂ ਕਿਸੇ ਦੀ ਬਰਾਦਰੀ ਦਾ ਨਾਂ ਲੈ ਕੇ ਉਹਨੂੰ ਗਾਲ ਕੱਢਦੇ। ਇਹ ਸੰਤਾਪ ਕਬੀਰ ਸਾਹਿਬ ਨੇ ਝੱਲਿਆ ਆਪਣੇ ਜੀਵਨ 'ਚ। ਸਾਡਾ ਸਿਧਾਂਤ ਕੁਝ ਹੋਰ ਕਹਿੰਦਾ ਹੈ, ਸਾਡੇ ਅਮਲ ਕੁਝ ਹੋਰ ਕਹਿੰਦੇ ਨੇ। ਦੋਨਾਂ 'ਚ ਬੜਾ ਵੱਡਾ ਫਰਕ ਹੈ। ਇਹ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਾਬੇ ਵਿੱਚ ਕਹੀ ਸੀ, ਕਾਂਸ਼ੀ ਵਿੱਚ ਕਹੀ ਸੀ, ਉਹਨਾਂ ਨੂੰ ਕਹੀ। ਆਪਾਂ ਜਦੋਂ ਉਹਨਾਂ ਦੀਆਂ ਕਥਾਵਾਂ, ਸਾਖੀਆਂ ਪੜ੍ਹਦੇ, ਮਹਾਰਾਜ ਨੇ ਪੰਡਿਤ ਨੂੰ ਇਵੇਂ ਕਿਹਾ, ਮਹਾਰਾਜ ਨੇ ਕਾਜ਼ੀ ਨੂੰ ਇਵੇਂ ਕਿਹਾ। ਤੇ ਸੱਚੇ ਪਾਤਸ਼ਾਹ ਸਾਨੂੰ ਵੀ ਉਵੇਂ ਹੀ ਕਹਿੰਦੇ ਨੇ। ਐਸਾ ਨਹੀਂ ਵੀ ਸਾਨੂੰ ਖੁੱਲ੍ਹ ਦਿੱਤੀ ਵੀ ਤੁਸੀਂ ਜੋ ਮਰਜ਼ੀ ਕਰੋ, ਤੁਹਾਨੂੰ ਖੁੱਲ੍ਹ ਹੈ ਬਈ। ਇਹ ਖੁੱਲ੍ਹ ਤੇ ਮਹਾਰਾਜ ਨੇ ਆਪਣੇ ਪਰਿਵਾਰ ਨੂੰ ਨਹੀਂ ਦਿੱਤੀ। ਗੁਰੂ ਨੇ ਰਹਿਣੀ ਦੀ ਗੱਲ ਕੀਤੀ, ਅਮਲ ਦੀ ਗੱਲ ਕੀਤੀ। ਸੋ ਖੈਰ, ਮੈਂ ਬਿਨ੍ਹਾਂ ਕਰ ਰਿਹਾ, ਕਬੀਰ ਜੀ ਮਹਾਰਾਜ ਉਹਨਾਂ ਲੋਕਾਂ ਨੂੰ ਉਹਨਾਂ ਦੀਆਂ ਉਦਾਹਰਨਾਂ ਦੇ ਨਾਲ ਹੀ ਸਮਝਾਉਂਦੇ ਨੇ। ਉਹਨਾਂ ਦੀ ਉਦਾਹਰਣ ਕੀ ਹੈ? ਕ੍ਰਿਸ਼ਨ ਜੀ ਮਹਾਰਾਜ ਹਸਤਨਾਪੁਰ ਗਏ, ਦੁਰਯੋਧਨ ਰਾਜ ਕਰਦਾ ਸੀ। ਉਹਨੇ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਪ੍ਰਬੰਧ ਕੀਤਾ ਵੀ ਕ੍ਰਿਸ਼ਨ ਜੀ ਮਹਾਰਾਜ ਮੇਰੇ ਕੋਲ ਆਉਣ ਵਾਲੇ ਨੇ। ਪਰ ਕ੍ਰਿਸ਼ਨ ਜੀ ਮਹਾਰਾਜ ਚਲੇ ਗਏ ਬਿਦਰ ਦੇ ਘਰ। ਉਹ ਬੜਾ ਗਰੀਬ ਸੀ, ਗੋਲੀ ਦਾ ਪੁੱਤਰ ਸੀ, ਦਾਸੀ ਦਾ, ਯਾਨੀ ਨੌਕਰ। ਆਪਾਂ ਜਿਹਨੂੰ ਕਹਿੰਦੇ ਨੌਕਰ ਨੂੰ ਦਾਸੀ ਜਾਂ ਗੋਲੀ ਕਿਹਾ ਜਾਂਦਾ। ਬਾਣੀ 'ਚ ਲਿਖਿਆ, ਦਾਸੀ ਸੁਤ ਜਨ ਬਿਦਰ ਸੁਦਾਮਾ, ਉਗਰ ਸੈਣ ਕੋ ਰਾਜ ਦਿਓ। ਕ੍ਰਿਸ਼ਨ ਜੀ ਮਹਾਰਾਜ ਉਹਦੇ ਘਰ ਚਲੇ ਗਏ, ਬੜੇ ਪਿਆਰ ਨਾਲ ਉਹਨੇ ਜੋ ਰੁੱਖਾ ਮਿੱਸਾ ਸੀ ਉਹਨੇ ਕ੍ਰਿਸ਼ਨ ਜੀ ਦੇ ਅੱਗੇ ਧਰਿਆ। ਉਹਨਾਂ ਨੇ ਛਕਿਆ, ਬੜਾ ਪਿਆਰ ਕੀਤਾ ਉਹਨਾਂ ਨੇ। ਔਰ ਬਿਦਰ ਦੇ ਪ੍ਰੇਮ ਨੂੰ ਵੇਖ ਕੇ, ਉਹਦੀ ਸ਼ਰਧਾ ਨੂੰ ਵੇਖ ਕੇ, ਉਹਦੀ ਮੁਹੱਬਤ ਨੂੰ, ਉਹਦੇ ਸਮਰਪਣ ਭਾਵ ਨੂੰ ਵੇਖ ਕੇ ਉਹਦੇ ਘਰੋਂ ਰੁੱਖਾ ਮਿੱਸਾ ਛਕਿਆ। ਇਸ ਗੱਲ ਦੇ ਉੱਤੇ ਦੁਰਯੋਧਨ ਅੱਗ ਬਬੂਲਾ ਹੋ ਗਿਆ। ਉਹਦੇ ਦੋ ਕਾਰਨ ਸਨ। ਪਹਿਲਾ ਕਾਰਨ ਇਹ ਸੀ ਵੀ ਉਹਨੂੰ ਲੱਗਿਆ ਵੀ ਐਡੀ ਵੱਡੀ ਹਸਤੀ ਮੇਰੇ ਘਰ ਆਉਣ ਦੀ ਬਜਾਏ, ਮੈਂ ਵੱਡਾ ਬੰਦਾ, ਮੇਰੇ ਕੋਲ ਆਉਣ ਦੀ ਬਜਾਏ ਇੱਕ ਗੋਲੀ ਦੇ ਦਾਸੀ ਦੇ, ਨੌਕਰਾਣੀ ਦੇ ਪੁੱਤਰ ਦੇ ਘਰ, ਉਹਨਾਂ ਦੇ ਘਰ ਜਾਏ ਜਿਨ੍ਹਾਂ ਦੇ ਘਰੇ ਹੈ ਹੀ ਕੱਖ ਨਹੀਂ, ਨਾ ਸੇਵਾ ਕਰਨ ਨੂੰ, ਨਾ ਬਹਿਣ ਨੂੰ, ਨਾ। ਤਾਂ ਆਪਾਂ ਨੂੰ ਪਤਾ ਹੀ ਹੈ ਗਰੀਬ ਬੰਦੇ ਦੇ ਘਰ ਕਿੰਨਾ ਕੁਝ ਹੁੰਦਾ ਹੈ। ਇੱਥੇ ਸਾਰੀ ਸਹੂਲਤ ਹੈ, ਇੱਥੇ ਮਾਣ ਸਨਮਾਨ, ਸਪੈਸ਼ਲ ਟਰੀਟਮੈਂਟ ਮਿਲਣਾ। ਇੱਥੇ ਆਏ ਨਹੀਂ, ਉੱਥੇ ਚਲੇ ਗਏ। ਉਹਦੇ ਕੋਲ ਕੀ ਹੈ ਦੇਣ ਨੂੰ? ਦੂਜੀ ਗੱਲ, ਉਹਨੂੰ ਆਪਣਾ ਆਪ ਨੀਵਾਂ ਲੱਗਿਆ ਵੀ ਇਹਦੇ ਨਾਲ ਮੇਰੀ ਹੇਠੀ ਹੁੰਦੀ ਹੈ, ਵੀ ਮੇਰੇ ਘਰ ਆਉਣ ਦੀ ਬਜਾਏ, ਵੱਡਾ ਬੰਦਾ ਮੈਂ, ਅਮੀਰ ਆਦਮੀ ਹਾਂ, ਰਾਜਾਸ਼ਾਹੀ ਮਾਣਦੇ ਹਾਂ, ਰੁਤਬਾ ਹੈ ਮੇਰਾ, ਬਰਾਦਰੀ ਉੱਚੀ, ਸਾਰਾ ਕੁਝ ਮੇਰੇ ਕੋਲ ਹੈ। ਉਹਦੇ ਕੋਲ ਜਾ ਕੇ ਤੇ ਇੱਕ ਤਰ੍ਹਾਂ ਨਾਲ ਉਹਦੀ ਈਗੋ ਨੇ ਹੇਠੀ ਮਹਿਸੂਸ ਕੀਤੀ। ਜਿਵੇਂ ਆਪਾਂ ਗੁਰੂ ਨਾਨਕ ਸਾਹਿਬ ਦੀ ਸਾਖੀ ਪੜ੍ਹਦੇ, ਮਲਕ ਭਾਗੋ ਦੇ ਸੁਨੇਹੇ ਨੂੰ ਮਹਾਰਾਜ ਨੇ ਦਰਕਨਾਰ ਕੀਤਾ ਤੇ ਭਾਈ ਲਾਲੋ ਦੇ ਘਰ ਚਲੇ ਗਏ। ਹੁਣ ਮਲਕ ਭਾਗੋ ਨੂੰ ਵੀ ਦੋ ਗੱਲਾਂ ਕਾਰਨ ਹੀ ਰੰਜ ਹੋਇਆ। ਪਹਿਲਾ ਇਹ ਵੀ ਗੁਰੂ ਸਾਹਿਬ ਉਹਦੇ ਘਰ ਗਏ ਜਿਹਦੀ ਆਪਣੀ ਰੋਟੀ ਪੂਰੀ, ਉਹਨੇ ਕੀ ਸੇਵਾ ਕਰਨੀ ਹੈ? ਮੈਂ ਐਡਾ ਵੱਡਾ ਬ੍ਰਹਮ ਭੋਜ ਰਚਿਆ ਹੈ, ਦੂਰੋਂ ਦੂਰੋਂ ਸਾਧੂ ਮਹਾਤਮਾ ਸੱਦੇ ਨੇ, ਸਪੈਸ਼ਲੀ
ਉਚੇਚਾ ਮੈਂ ਗੁਰੂ ਨਾਨਕ ਸਾਹਿਬ ਨੂੰ ਸੱਦੇ ਭੇਜੇ ਨੇ, ਉਹਨਾਂ ਦਾ ਫਰਜ਼ ਬਣਦਾ ਸੀ ਮੇਰੇ ਸੱਦੇ ਨੂੰ ਪਹਿਲਾਂ ਪ੍ਰਵਾਨ ਕਰਦੇ ਤੇ ਇੱਥੇ ਆਉਂਦੇ ਜਿੱਥੇ ਸੇਵਾ ਵੀ ਵੱਡੀ ਚੰਗੀ ਹੋਣੀ ਹੈ ਤੇ ਦੂਜਾ ਮੇਰਾ ਰੁਤਬਾ ਵੀ ਤੇ ਬੜਾ ਉੱਚਾ ਹੈ ਨਾ। ਚਲੇ ਗਏ ਉਹਦੇ ਘਰ ਜਿਹਦਾ ਰੁਤਬੇ ਜਿਹਨੂੰ ਜਾਣਦਾ ਕੋਈ ਨਹੀਂ। ਹੁਣ ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਪ੍ਰਸ਼ਨ ਮਲਕ ਭਾਗੋ ਕਰਦਾ ਹੈ। ਇਹ ਸਾਖੀ ਆਪਾਂ ਸੁਣੀ ਹੈ। ਪਰ ਹਜ਼ੂਰ ਨੇ ਮਾਣ ਕਿਹਨੂੰ ਦਿੱਤਾ? ਭਾਈ ਲਾਲੋ ਨੂੰ। ਸਤਿਗੁਰੂ ਨੇ ਉਹਦੀ ਸੁੱਚੀ ਕਿਰਤ ਨੂੰ, ਉਹਦੇ ਸੱਚੇ ਸਚਿਆਰੇ, ਉਹਦੇ ਪ੍ਰੇਮ ਮਈ ਹਿਰਦੇ ਨੂੰ ਮਾਣ ਦਿੱਤਾ ਵੀ ਉਹਦੇ ਅੰਦਰ ਪ੍ਰੇਮ ਹੈ। ਈਗੋ ਕੋਈ ਨਹੀਂ, ਹਉਮੈ ਕੋਈ ਨਹੀਂ, ਗਰੂਰ ਕੋਈ ਨਹੀਂ। ਅੱਛਾ, ਇਸ ਗੱਲ ਦਾ ਤੇ ਗਰੂਰ ਉਹਨੂੰ ਕੀ ਹੋਣਾ ਸੀ ਵੀ ਦੌਲਤ ਹੈ ਨਹੀਂ, ਦਿਲੋਂ ਦੌਲਤ ਦਾ ਗਰੂਰ ਵੀ ਨਹੀਂ ਸੀ ਹੋਣਾ, ਪਰ ਉਹ ਚੰਗਾ ਹੈ, ਉਹਨੂੰ ਚੰਗੇ ਹੋਣ ਦਾ ਵੀ ਗਰੂਰ ਕੋਈ ਨਹੀਂ। ਇਹ ਵੀ ਗੱਲ ਚੇਤੇ 'ਚ ਰੱਖਣਾ। ਮੈਂ ਦੌਲਤਮੰਦ ਹਾਂ, ਸ਼ੌਹਰਤ ਵਾਲਾ ਹਾਂ, ਕਿਸੇ ਵੀ ਚੀਜ਼ ਦਾ ਹੰਕਾਰ ਹੋ ਸਕਦਾ, ਪਰ ਮੈਨੂੰ ਕਿਸੇ ਕਿਸਮ ਦਾ ਹੰਕਾਰ ਨਹੀਂ। ਮੈਂ ਤਾਂ ਜੀ ਕੋਈ ਹੰਕਾਰ ਨਹੀਂ ਕਰਦਾ। ਇਹ ਗੱਲ ਵੀ ਬਾਰ-ਬਾਰ ਕਹੀ ਜਾਣੀ ਨਾ, ਇੱਕ ਕਿਸਮ ਦਾ ਹੰਕਾਰ ਹੀ ਹੁੰਦਾ ਹੈ। ਆਪਣੀ ਨਿਮਰਤਾ ਦਾ ਵਿਖਾਲਾ ਪਾਈ ਜਾਣ, ਸ਼ੋਅ ਅਪ ਕਰੀ ਜਾਣ, ਮੈਂ ਤਾਂ ਜੀ ਆਪਾਂ ਬੜੀ ਨਿਮਰਤਾ ਰਾ, ਗੁਰੂ ਦੇ ਦਾਸ ਹਾਂ। ਵੀ ਜੇ ਤੂੰ ਦਾਸ ਹੈ ਤੈਨੂੰ ਕਹਿਣ ਦੀ ਕੀ ਲੋੜ ਹੈ? ਤੇਰਾ ਤੇ ਗੁਰੂ ਦਾ ਰਿਸ਼ਤਾ ਹੈ, ਤੂੰ ਦੁਨੀਆ ਨੂੰ ਕੀ ਦੱਸਦਾ? ਕੋਈ ਪਤਨੀ ਜਾਂ ਕੋਈ ਪਤੀ ਬਾਹਰ ਆ ਕੇ ਮੈਂ ਤਾਂ ਜੀ ਆਪਣੀ ਪਤਨੀ ਨਾਲ ਬਹੁਤ ਮਿੱਠਾ ਬੋਲਦਾ, ਇਹ ਤੇਰਾ ਤੇ ਉਹਦਾ ਰਿਸ਼ਤਾ ਹੈ, ਤੂੰ ਦੁਨੀਆ ਨੂੰ ਕੀ ਦੱਸਣ ਲੱਗਿਆ ਹੋਇਆ? ਮੈਂ ਗੁਰੂ ਦਾ ਬੜਾ ਸਤਿਕਾਰ, ਇਹ ਮੇਰਾ ਤੇ ਗੁਰੂ ਦਾ ਸੰਬੰਧ ਹੈ। ਮੈਂ ਗੁਰੂ ਅੱਗੇ ਕਿਵੇਂ ਝੁਕਦਾ, ਇਹ ਮੇਰਾ ਤੇ ਗੁਰੂ ਦਾ ਰਿਸ਼ਤਾ ਹੈ। ਮੈਂ ਗੁਰੂ ਦੀ ਪਰਿਕਰਮਾ ਕਿਵੇਂ ਕਰਦਾ, ਇਹ ਮੇਰਾ ਤੇ ਗੁਰੂ ਦਾ ਰਿਲੇਸ਼ਨ ਹੈ। ਕਿਸੇ ਤੀਜੇ ਬੰਦੇ ਦਾ ਮੇਰਾ ਹੱਕ ਨਹੀਂ ਬਣਦਾ ਮੈਂ ਕਿਸੇ ਦੇ ਵਿੱਚ ਇਨਵੋਲਵਮੈਂਟ ਕਰਾਂ ਵੀ ਤੂੰ ਇੱਦਾਂ ਮੱਥਾ ਕਿਉਂ ਟੇਕਦਾ, ਇੱਦਾਂ ਕਿਉਂ। ਉਹਦਾ ਗੁਰੂ ਉਹਦਾ ਵੀ ਓਨਾ ਜਿੰਨਾ ਮੇਰਾ ਹੈ। ਹਾਂ, ਜੇ ਉਹ ਮੈਨੂੰ ਪੁੱਛਦਾ ਤੇ ਮੈਂ ਉਹਨੂੰ ਦੱਸ ਸਕਦਾ ਵੀ ਭਾਈ ਮੈਨੂੰ ਇੰਨਾ ਕੁ ਪਤਾ, ਮੈਂ ਇਵੇਂ ਰਿਸਪੈਕਟ ਕਰਦਾ, ਬਾਕੀ ਤੇਰੀ ਮਰਜ਼ੀ ਹੈ। ਹੋ ਸਕਦਾ ਮੇਰੇ ਨਾਲੋਂ ਵੱਧ ਜਿਹਦੇ ਕੋਲ ਵਕਤ ਨਹੀਂ, ਸਮਾਂ ਨਹੀਂ, ਉਹ ਦੂਰੋਂ ਲੰਘਦਾ ਹੋਇਆ ਜਦੋਂ ਨਿਸ਼ਾਨ ਸਾਹਿਬ ਨੂੰ ਝੂਲਦਾ ਵੇਖਦਾ ਤਾਂ ਉੱਥੋਂ ਜਿਹੜਾ ਪ੍ਰੇਮ ਨਾਲ ਗੱਡੀ 'ਚ ਬੈਠਿਆ ਸਿਰ 'ਚ ਹੋ ਜਾ ਸਕਦਾ ਉਹਦੇ ਅੰਦਰ ਪ੍ਰੇਮ ਮੇਰੇ ਨਾਲੋਂ ਕਿਤੇ ਜ਼ਿਆਦਾ ਹੋਵੇ। ਰਿਸਪੈਕਟ ਦੇ ਕੋਈ ਇਸ ਤਰ੍ਹਾਂ ਦੇ ਪੈਮਾਨੇ ਨਹੀਂ ਹੁੰਦੇ ਬਾਹਰੀ, ਇਹ ਪ੍ਰੋਟੋਕਾਲ ਹੁੰਦੇ ਨੇ। ਪ੍ਰੇਮ ਨੂੰ ਕੇਵਲ ਗੁਰੂ ਹੀ ਜਾਣਦਾ ਹੈ ਜਾਂ ਉਹ ਜਾਣਦਾ ਜਿਹੜਾ ਜੀ ਰਿਹਾ, ਉਹਨੂੰ ਅਸੀਂ ਤੁਸੀਂ ਕਸਵੱਟੀਆਂ ਤੇ ਨਹੀਂ ਪਰਖ ਸਕਦੇ। ਇਹ ਚੀਜ਼ ਨੂੰ, ਨੁਕਤੇ ਨੂੰ ਸਮਝੀਏ, ਸਾਨੂੰ ਤਾਂ ਧਰਮ ਦੀ ਅਸਲ ਰੂਹ ਤੱਕ ਪਹੁੰਚਣ ਦਾ ਸਬੱਬ ਬਣੇਗਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਤਾਂ ਭਾਈ ਲਾਲੋ ਦੀ ਨਿਮਰਤਾ ਹਲੇਮੀ ਇਹ ਹੈ ਵੀ ਉਹ ਸੱਚਾ ਹੁੰਦਾ ਹੋਇਆ ਵੀ ਆਪਣੇ ਸੱਚ ਦਾ ਵਿਖਾਲਾ ਨਹੀਂ। ਉਹ ਕਹਿੰਦਾ ਵੀ ਮੈਂ ਤਾਂ ਜੀ ਜੋ ਹਾਂ ਮਾਲਕ ਦੀ, ਰੱਬ ਦੀ ਮਿਹਰ ਨਾਲ ਜੋ ਹਾਂ ਉਹ ਹੀ ਹਾਂ। ਫਿਰ ਵੀ ਮੈਂ ਮੰਨਦਾ ਵੀ ਮੇਰੇ ਕੋਲ ਕੋਈ ਗੁਣ ਨਹੀਂ ਹੈ, ਮੈਂ ਕੋਈ ਬਹੁਤਾ ਚੰਗਾ ਨਹੀਂ ਹਾਂ। ਬਾਣੀ 'ਚ ਮਹਾਰਾਜ ਦੇ ਬਚਨ ਪੜ੍ਹੋ, ਆਪਣੇ ਆਪ ਨੂੰ ਕਹਿ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਤੁਮਾਰੇ ਨਹੀਂ ਲਿਖਿਆ, ਹਮਾਰੇ। ਇਹ ਲਿਖਿਆ ਮਹਾਰਾਜ ਨੇ, ਤੇਤੇ ਔਗਣ ਹਮਾਰੇ, ਮੇਰੇ ਇੰਨੇ ਔਗਣ ਨੇ ਜਿੰਨਾ ਸਮੁੰਦਰਾਂ 'ਚ ਪਾਣੀ। ਜਿਨਵੇਂ ਉਹਦੀ ਮਿਣਤੀ ਨਾ ਹੋ ਸਕਦੀ ਮਹਾਰਾਜ ਮੇਰੇ ਔਗਣਾਂ ਦੀ, ਮੇਰੀਆਂ ਕਮੀਆਂ ਦੀ, ਮੇਰੀਆਂ ਨਿਵਾਣਾਂ ਦੀ ਗਿਣਤੀ ਕੋਈ ਨਹੀਂ। ਬੇਅੰਤ ਬੇਅੰਤ ਹੈ, ਬੇਅੰਤ ਬੇਅੰਤ। ਇਸ ਗੱਲ ਨੂੰ ਮੰਨ ਲੈਣਾ ਹੀ ਅਰਦਾਸ ਹੈ, ਇਸ ਗੱਲ ਨੂੰ ਮੰਨ ਲੈਣਾ ਹੀ ਗੁਰੂ ਅੱਗੇ ਝੁਕਣਾ ਹੈ। ਹਉਮੈ ਦਾ ਝੁਕਣਾ ਕਾਹਦਾ ਝੁਕਣਾ? ਹੁਣ ਦੁਰਯੋਧਨ ਨੂੰ ਇਸ ਗੱਲ ਦਾ ਗੁੱਸਾ ਆਇਆ, ਉਹਨੇ ਗਿਲਾ ਕੀਤਾ ਕ੍ਰਿਸ਼ਨ ਜੀ ਕੋਲ। ਭਾਈ ਗੁਰਦਾਸ ਜੀ ਨੇ ਆਪਣੀ 10ਵੀਂ ਵਾਰ ਦੇ ਵਿੱਚ ਇਸੇ ਸ਼ਬਦ ਨੂੰ ਆਧਾਰ ਬਣਾ ਕੇ, ਜਾਂ ਬਾਣੀ ਦੇ ਵਿੱਚ ਜਿਹੜੀਆਂ ਉਦਾਹਰਨਾਂ ਆਈਆਂ ਨਾ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ, ਕਿਸ਼ਨ ਉਤਰਿਆ ਘਰ ਜਿਸ ਜਾਏ। ਮਹਾਰਾਜ ਨੇ ਬਾਣੀ 'ਚ ਉਦਾਹਰਨ ਦਿੱਤੀ। ਭਾਈ ਗੁਰਦਾਸ ਜੀ ਨੇ ਉਸ ਉਦਾਹਰਨ ਨੂੰ ਆਧਾਰ ਬਣਾ ਕੇ ਉਹ ਸਾਰੀ ਸਾਖੀ ਲਿਖੀ।
ਤਾਂ ਕਿ ਸੌਖੀ ਸਮਝ ਬਾਣੀ ਪੜ੍ਹਨ ਵਾਲਿਆਂ ਨੂੰ ਸਮਝ ਵਿੱਚ ਆਏ। ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਯੋਧਨ ਹੋਏ ਰੁੱਖਾ। ਰੁੱਖਾ ਜਿਹਾ ਹੋ ਕੇ ਨਾ, ਜਿਵੇਂ ਬੰਦਾ ਰੁੱਖਾ ਜਿਹਾ ਹੋ ਜਾਂਦਾ, ਖਿਝ ਜਾਂਦਾ ਕਿਸੇ ਗੱਲ ਤੋਂ। ਉਹਨੇ ਰੁੱਖੇ ਜਿਹੇ ਪਨ ਨਾਲ ਕ੍ਰਿਸ਼ਨ ਜੀ ਨੂੰ ਪੁੱਛਿਆ, ਘਰ ਸਾਡੇ ਛੱਡ ਕੇ ਗੋਲੇ ਦੇ ਘਰ ਜਾਏ ਕੀ ਸੁੱਖਾ। ਉੱਥੇ ਕੀ ਸੁੱਖ ਹੈ? ਸਾਡਾ ਘਰ ਛੱਡ ਕੇ ਗੋਲੇ ਦੇ, ਦਾਸ ਦੇ, ਗੁਲਾਮ ਦੇ, ਨੌਕਰ ਦੇ ਘਰ ਜਾਣਾ। ਤੇ ਹੱਸ ਬੋਲੇ ਭਗਵਾਨ ਜੀ, ਸੁਣੇ ਰਾਜਾ ਹੋਏ ਸਨਮੁਖਾ। ਕ੍ਰਿਸ਼ਨ ਜੀ ਨੇ ਆਖਿਆ, ਮੇਰੀ ਗੱਲ ਧਿਆਨ ਨਾਲ ਸੁਣ। ਸੁਣੇ ਰਾਜਾ ਹੋਏ ਸਨਮੁਖਾ। ਤੇ ਉੱਥੇ ਅਖੀਰ ਦੇ ਉੱਤੇ ਜਿਹੜੀ ਗੱਲ ਉਹਨਾਂ ਨੇ ਕਹੀ, ਉਹ ਕਹੀ, ਗੋਬਿੰਦ ਭਾਉ ਭਗਤ ਕਾ ਭੁੱਖਾ। ਭਾਉ ਭਾਈ ਸਾਹਿਬ ਜੀ ਨੇ ਜਿਹੜਾ ਨਿਰਣਾ ਸਾਖੀ ਦਾ ਕੱਢਿਆ, ਜਿਵੇਂ ਇੱਥੇ ਨਿਰਣੇ ਦੀ ਗੱਲ ਕੀਤੀ ਹੈ ਭਗਤ ਕਬੀਰ ਜੀ ਮਹਾਰਾਜ ਨੇ। ਗੋਬਿੰਦ ਪਰਮੇਸ਼ਰ ਜਿਹੜਾ ਹੈ, ਭਾਉ ਭਗਤ ਕਾ ਭੁੱਖਾ। ਤੇਰੀ ਦੌਲਤ ਦਾ ਭੁੱਖਾ ਨਹੀਂ, ਤੇਰੀ ਸ਼ੌਹਰਤ ਦਾ ਭੁੱਖਾ ਨਹੀਂ। ਇਹ ਭੁੱਖਾਂ ਸਾਨੂੰ ਹੋ ਸਕਦੀਆਂ ਨੇ। ਇਹ ਭੁੱਖ ਸਾਨੂੰ ਸਧਾਰਨ ਲੋਕਾਂ ਨੂੰ ਹੋ ਸਕਦੀ ਹੈ। ਸ਼ੌਹਰਤ ਮਿਲ ਜਾਏ, ਦੌਲਤ ਮਿਲ ਜਾਏ, ਇੱਥੋਂ ਕੁਝ ਮਿਲ ਜਾਏ, ਉੱਥੋਂ ਕੁਝ ਮਿਲ ਜਾਏ। ਨਿਉ ਜਾਂਦੇ ਹਾਂ ਅਸੀਂ, ਨਿਉਣਾ ਪੈਂਦਾ। ਅਸੀਂ ਗਰਜਾਂ ਦੇ ਮਾਰੇ ਲੋਕ। ਸਾਡੇ ਕੋਲ ਦੋ ਹੀ ਤਰੀਕੇ ਨੇ, ਜਾਂ ਤਾਂ ਹੱਕ ਮਾਰ ਲਓ, ਜਿੱਥੇ ਤੁਹਾਡੀ ਪਾਵਰ ਬਣਦੀ ਹੈ ਨਾ, ਅਗਲੇ ਦਾ ਹੱਕ ਖੋਹ ਲਓ। ਜਿੰਨਾ ਕੁ ਤੁਹਾਡੀ ਪਾਵਰ ਹੈ, ਜਾਣ ਨਾ ਦਿਓ ਉਹਦੇ ਕੋਲ। ਤੇ ਦੂਜਾ ਤਰੀਕਾ ਕੀ ਹੈ? ਵੀ ਜਿੱਥੋਂ ਤੁਹਾਨੂੰ ਮਿਲਦਾ ਉੱਥੇ ਨਿਉ ਜਾਓ, ਭਾਵੇਂ ਅਗਲਾ ਗਲਤੀ ਹੋਵੇ, ਪੈਰੀਂ ਪੈ ਜਾਓ। ਉਹ ਆਖੋ ਜੀ ਤੁਸੀਂ ਰੋਜੀ ਦੇਣ ਦਿਓ, ਰੋਟੀ ਦੇਣ ਵਾਲੇ ਹੋ, ਤੁਸੀਂ ਮਾਲਕ ਹੋ ਜੀ। ਇਹ ਦੋ ਤਰੀਕੇ ਨੇ ਸਾਡੇ। ਵੀ ਜਾਂ ਤਾਂ ਜਿਹਨੂੰ ਮਿਲਦਾ ਹੈ ਖੋਹ ਸਕਦੇ ਹੋ ਤੇ ਖੋਹ ਲਓ, ਜਿੰਨਾ ਘਟਾ ਸਕਦੇ ਹੋ ਘਟਾ ਦਿਓ। ਤੇ ਜਾਂ ਫਿਰ ਜੇ ਘਟਦਾ ਹੈ, ਜਿਹਦਾ ਘਟਦਾ ਹੈ, ਉਹਦੇ ਤੋਂ ਉਮੀਦ ਕਰਦੇ ਹਾਂ ਕਿ ਉਹ ਮੇਰੇ ਪੈਰੀਂ ਪੈ ਜਾਏ। ਪੰਛੀ ਕਿਸੇ ਦੇ ਪੈਰੀਂ ਨਹੀਂ ਪੈਂਦਾ, ਚੋਗਾ ਚੁਗ ਲੈਂਦਾ ਹੈ। ਚੇਤੇ 'ਚ ਰੱਖਣਾ। 8 ਮਹੀਨੇ ਘੇਰਾ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਪਿਆਰਿਆ। ਸ਼੍ਰੀ ਹਜ਼ੂਰ ਨੇ ਦਰਖਾਸਤ ਨਹੀਂ ਭੇਜੀ, ਮੇਰੇ ਸਿੱਖ ਭੁੱਖੇ ਸੌਂਦੇ ਨੇ। ਉਹਨਾਂ ਨੇ ਸਮਝੌਤੇ ਦੀ ਚਿੱਠੀ ਭੇਜੀ, ਕਿਲ੍ਹਾ ਖਾਲੀ ਕਰ ਦਿੱਤਾ। ਫਿਰ ਵੀ ਆਪਣੀਆਂ ਕਸਮਾਂ ਤੇ ਕਾਇਮ ਨਹੀਂ ਰਹੇ। ਅਟੁੱਟ ਵਿਸ਼ਵਾਸ ਹੈ ਮਾਲਕ ਦੇ। ਜੇ ਭੁੱਖੇ ਮਰਨਾ ਵੀ ਪਏ, ਕਿਹੜੀ ਗੱਲ ਹੈ, ਫਿਰ ਕੀ ਹੋ ਜਾਏਗਾ। ਪਰ ਇਹ ਅਸੂਲ ਹੈ ਗੁਰਮਤਿ ਦਾ, ਕਾਇਆ ਹੰਸ ਕਿਆ ਪ੍ਰੀਤ ਹੈ, ਜੇ ਪਿਆ ਹੀ ਛੱਡ ਜਾਏ। ਇਸ ਨੂੰ ਕੂੜ ਬੋਲ ਕੇ ਪਾਲੀ, ਇਸ ਨੂੰ ਕੂੜ ਬੋਲ ਕੇ ਖਵਾਲੀ ਹੈ, ਜੇ ਚੱਲਦਿਆਂ ਨਾਲ ਨਾ ਜਾਏ। ਇਸ ਨੁਕਤੇ ਨੂੰ ਧਿਆਨ ਵਿੱਚ ਰੱਖੀਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਨੇ ਮਲਕ ਭਾਗੋ ਨੂੰ ਕੀ ਕਿਹਾ ਕਿ ਉਹਦੇ 'ਚ ਸੰਤੁਸ਼ਟੀ ਹੈ। ਕ੍ਰਿਸ਼ਨ ਜੀ ਕਹਿੰਦੇ ਗੋਬਿੰਦ ਭਾਉ ਭਗਤ ਕਾ ਭੁੱਖਾ। ਭਾਈ ਗੁਰਦਾਸ ਜੀ ਕੀ ਕਹਿੰਦੇ? ਪਰਮੇਸ਼ਰ ਪ੍ਰੇਮ ਦਾ, ਭਗਤੀ ਦਾ ਭੁੱਖਾ ਹੈ, ਤੇਰੀ ਦੌਲਤ ਤੇ ਸ਼ੌਹਰਤ ਦਾ ਨਹੀਂ। ਭਗਤ ਕਬੀਰ ਸਾਹਿਬ ਉਹਨਾਂ ਲੋਕਾਂ ਨੂੰ, ਕਾਂਸ਼ੀ ਦੇ ਲੋਕਾਂ ਨੂੰ ਇਕੱਠਿਆਂ ਕਰਦੇ ਨੇ, ਸਮਝਾਉਂਦੇ। ਆਓ ਤੁਹਾਨੂੰ ਤੁਹਾਡੀਆਂ ਉਦਾਹਰਨਾਂ ਨਾਲ ਸਮਝਾਉਣਾ। ਕ੍ਰਿਸ਼ਨ ਜੀ ਨੇ ਕਿਹਾ ਦੁਰਯੋਧਨ ਨੂੰ, ਰਾਜਨ ਕੌਣ ਤੁਮਾਰੇ ਆਵੇ? ਤੇਰੇ ਕੌਣ ਆਉਂਦਾ ਹੈ? ਭਾਵ ਮੇਰਾ ਚਿੱਤ ਨਹੀਂ ਕਰਦਾ ਤੇਰੇ ਕੋਲ ਆਉਣ ਨੂੰ, ਮੇਰਾ ਚਿੱਤ ਨਹੀਂ ਕਰਦਾ ਤੇਰੇ ਕੋਲ ਆਉਣ ਨੂੰ, ਕੋਈ ਖਿੱਚ ਨਹੀਂ ਮੇਰੇ ਅੰਦਰ ਤੇਰੇ ਕੋਲ ਆਉਣ ਦੀ। ਤੂੰ ਇਹ ਹਉਮੈ ਦਾ ਗੁਲਾਮ, ਤੂੰ ਇਹ ਸਟੇਟਸ ਦਾ ਗੁਲਾਮ, ਉੱਚੇ ਰੁਤਬੇ ਦਾ ਗੁਲਾਮ। ਮੈਂ ਇਹੋ ਜਿਹੀ ਗੁਲਾਮੀ ਨੂੰ ਪ੍ਰਵਾਨ ਨਹੀਂ ਕਰਦਾ। ਐਸੋ ਭਾਉ ਬਿਦਰ ਕੋ ਦੇਖਿਓ। ਮੈਂ ਤਾਂ ਇਹੋ ਜਿਹਾ ਪ੍ਰੇਮ ਬਿਦਰ ਦੇ ਹਿਰਦੇ 'ਚ ਵੇਖਿਆ। ਉਹ ਗਰੀਬ ਮੋਏ ਭਾਵ ਹੈ, ਉਹ ਗਰੀਬ ਮੈਨੂੰ ਭਾਉਂਦਾ ਹੈ, ਬੜਾ ਚੰਗਾ ਲੱਗਦਾ ਹੈ। ਉਹਦਾ ਪ੍ਰੇਮ ਮੈਨੂੰ ਚੰਗਾ ਲੱਗਦਾ। ਸਭ ਤੋਂ ਵੱਡੀ ਗੱਲ, ਉਹਦਾ ਪ੍ਰੇਮ ਮੈਨੂੰ ਚੰਗਾ ਲੱਗਦਾ। ਉਹਦਾ ਸਮਰਪਣ ਭਾਵ, ਉਹਦਾ ਨਿਰਛਲ ਹਿਰਦਾ ਮੈਨੂੰ ਚੰਗਾ ਲੱਗਦਾ। ਫਿਰ ਕਹਿੰਦੇ ਨੇ ਹਸਤੀ ਦੇਖ ਭਰਮ ਤੇ ਭੁੱਲਾ, ਸ਼੍ਰੀ ਭਗਵਾਨ ਨਾ ਜਾਣਿਆ। ਕਬੀਰ ਜੀ ਮਹਾਰਾਜ ਕਹਿੰਦੇ, ਉਹਨਾਂ ਲੋਕਾਂ ਨੂੰ ਸਮਝਾਉਂਦੇ ਨੇ, ਪਿਆਰਿਓ ਤੁਸੀਂ ਮੇਰੀਆਂ ਤਾਂ ਜਾਤਾਂ ਭੰਡਦੇ ਹੋ, ਮੇਰੀ ਗਰੀਬੀ ਦਾ ਮਜ਼ਾਕ ਉਡਾਉਂਦੇ। ਇੱਕ ਗੱਲ ਤੇ ਸੁਣੋ, ਭਲਾ ਦੁਰਯੋਧਨ ਕੋਲ ਕਿਉਂ ਨਾ ਗਏ ਕ੍ਰਿਸ਼ਨ ਜੀ? ਇਸ ਕਰਕੇ ਨਹੀਂ ਗਏ
ਕਿਉਂਕਿ ਉਹ ਆਪਣੀ ਵਡਿਆਈ ਵੇਖ ਕੇ ਭਰਮ 'ਚ ਭੁੱਲਿਆ ਹੋਇਆ ਸੀ ਵੀ ਇਹ ਵਡਿਆਈ ਮੇਰੀ ਹੈ ਤੇ ਸਦਾ ਰਹਿਣੀ ਹੈ। ਇਹ ਮੇਰੀ ਹੈ ਤੇ ਸਦਾ ਹੀ ਰਹਿਣੀ ਹੈ। ਤੇ ਕਹਾ ਭਇਆ ਦਰ ਬਾਂਧੇ ਹਾਥੀ, ਛਿਨਮੈ ਭਈ ਪਰਾਈ। ਬਾਣੀ 'ਚ ਕਬੀਰ ਜੀ ਦਾ ਸ਼ਬਦ ਆਪਾਂ ਪਹਿਲਾਂ ਪੜ੍ਹਿਆ। ਕਿੱਥੇ ਨੇ ਹਾਥੀ, ਕਿੱਥੇ ਨੇ ਮਹਿਲ, ਕਿੱਥੇ ਨੇ ਰਾਜ। ਦਫਨ ਹੋ ਜਾਂਦਾ ਜੀ। ਸਮਾਂ ਹੈ, ਸਮਾਂ ਅੱਖ ਦੇ ਪੋਰ 'ਚ ਇੱਥੇ ਬੜਾ ਕੁਝ ਬਦਲ ਦਿੰਦਾ। ਉਹਨੇ ਰਾਜਿਆਂ ਨੂੰ ਭੀਖ ਮੰਗਾਈ ਤੇ ਭਿਖਾਰੀਆਂ ਨੂੰ ਰਾਜ ਦਿੱਤੇ ਨੇ। ਯਾਦ ਰੱਖਣਾ, ਸਮਾਂ ਇੰਨਾ ਬਲਵਾਨ ਹੈ। ਉਹ ਹਰ ਚੀਜ਼ ਦਾ ਨਿਰਣਾ ਸਮਾਂ ਕਰਦਾ। ਅਸੀਂ ਤੁਸੀਂ ਨਹੀਂ ਕਰਦੇ। ਹਸਤੀ ਦੇਖ ਭਰਮ ਤੇ ਆਪਣੇ ਹਾਥੀ ਘੋੜੇ। ਵਡਿਆਈ ਦਾ, ਵੱਡਪਣ ਦਾ ਇਹ ਚਿੰਨ੍ਹ ਸੀ। ਹਾਥੀ ਜੀ ਦੇ ਦਰਵਾਜ਼ੇ ਤੇ ਬੱਧਾ ਹੈ, ਮਤਲਬ ਅਮੀਰ ਆਦਮੀ। ਹਾਥੀ ਪਾਲ ਸਕਦਾ ਉਹ। ਭਰਮ 'ਚ ਭੁੱਲਿਆ ਹੋਇਆ ਹੈ। ਸ਼੍ਰੀ ਭਗਵਾਨ ਉਹ ਪਰਮੇਸ਼ਰ ਨੂੰ ਨਹੀਂ ਜਾਣਦਾ ਵੀ ਰੱਬ ਵੱਡਾ ਹੈ ਭਾਈ, ਉਹੀ ਦੇਣ ਵਾਲਾ ਹੈ, ਉਹੀ ਕਿਰਪਾ ਕਰਨ ਵਾਲਾ ਹੈ। ਆਪਣੇ ਭਰਮਾਂ ਝੌਵੇਂ 'ਚ ਭੁੱਲਿਆ ਹੈ, ਵਡਿਆਈ 'ਚ ਪ੍ਰਭਤਾ 'ਚ ਭੁੱਲਿਆ ਹੈ। ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ। ਕ੍ਰਿਸ਼ਨ ਜੀ ਉਹਨੂੰ ਕਹਿੰਦੇ ਤੇਰੇ ਘਰ ਵਿੱਚ ਕੀਮਤੀ ਪਿਆਲਿਆਂ 'ਚ ਦੁੱਧ ਹੈ ਸੇਵਾ ਕਰਨ ਵਾਸਤੇ, ਉਹਦੇ ਘਰ 'ਚ ਫੋਕਾ ਪਾਣੀ ਹੈ। ਪਰ ਇੱਕ ਗੱਲ ਦੱਸਾਂ ਦੁਰਯੋਧਨ, ਉਹਦੇ ਘਰ ਦਾ ਪਾਣੀ ਮੈਂ ਅੰਮ੍ਰਿਤ ਵਾਂਗ ਪੀਤਾ ਹੈ। ਉਹਦੇ ਪਾਣੀ 'ਚ ਵੀ ਅੰਮ੍ਰਿਤ ਵਰਗਾ ਸਵਾਦ ਹੈ, ਕਿਉਂਕਿ ਉਹਦੇ 'ਚ ਉਹਦੇ ਮੁਹੱਬਤ, ਸਮਰਪਣ, ਪ੍ਰੇਮ, ਨਿਮਰਤਾ, ਧੀਰਜ, ਸਿਦਕ ਦੀ, ਸਚਾਈ ਦੀ ਇਹ ਰਸ ਹੈ ਉਹਦੇ 'ਚ, ਸਵਾਦ ਹੈ ਉਹਦੇ 'ਚ। ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ। ਫਿਰ ਕਹਿੰਦੇ ਖੀਰ ਸਮਾਨ ਸਾਗ ਮੈਂ ਪਾਇਆ। ਜਿਹੜੀ ਤੇਰੇ ਘਰ ਵਿੱਚ ਖੀਰ ਬਣਦੀ ਹੈ ਨਾ, ਵਧੀਆ ਤਸਮਈ ਬਣਦੀ, ਕੀਮਤੀ ਚੀਜ਼ਾਂ ਪਾ ਪਾ ਕੇ, ਉਹਦੇ ਘਰ ਦਾ ਰੁੱਖਾ ਸਲੂਣਾ ਸਾਗ ਮੈਨੂੰ ਤੇਰੀ ਖੀਰ ਵਾਂਗ ਲੱਗਿਆ। ਖੀਰ ਸਮਾਨ ਸਾਗ ਮੈਂ ਪਾਇਆ। ਮੈਨੂੰ ਐਵੇਂ ਲੱਗਿਆ ਜਿਵੇਂ ਤਸਮਈ, ਬੜੀ ਕੀਮਤੀ ਕੇਸਰ ਪਾ ਕੇ, ਹੋਰ ਚੀਜ਼ਾਂ ਪਾ ਕੇ, ਜਿਵੇਂ ਮੈਂ ਨਾ ਖੀਰ ਖਾ ਰਿਹਾ ਹੋਵਾਂ। ਉਹਦਾ ਫੋਕਾ ਸਾਗ ਵੀ ਮੈਨੂੰ ਇਸ ਤਰ੍ਹਾਂ ਦਾ ਲੱਗਿਆ। ਪਤਾ ਕਿਉਂ? ਗੁਣ ਗਾਵਤ ਰੈਣ ਬਿਆਨੀ। ਉੱਥੇ ਰੱਬ ਦੀਆਂ ਗੱਲਾਂ ਕਰਦੇ ਹਾਂ, ਸਤਸੰਗ ਕਰਦੇ ਹਾਂ। ਸਾਡਾ ਰਾਤ ਵੀ ਕਿਵੇਂ ਬੀਤੀ, ਅੱਖਾਂ 'ਚ ਨੀਂਦ ਨਹੀਂ ਆਈ। ਇੰਨੀ ਮੁਹੱਬਤ ਨਾਲ ਉਸ ਮਾਹੌਲ ਨੇ ਬੇਸੁਆਦੇ ਪਕਵਾਨਾਂ ਨੂੰ ਵੀ ਰੰਗਤ ਦੇ ਦਿੱਤੀ, ਸਵਾਦ ਦੇ ਦਿੱਤਾ। ਕਬੀਰ ਕੋ ਸੁਆਮੀ, ਹੁਣ ਕਬੀਰ ਜੀ ਮਹਾਰਾਜ ਉਹਨਾਂ ਨੂੰ ਕਹਿੰਦੇ ਨੇ ਭਾਈ ਸੁਣੋ ਹੁਣ ਮੇਰੀ ਗੱਲ। ਕਬੀਰ ਕੋ ਠਾਕੁਰ ਆਨੰਦ ਬਿਨੋਦੀ। ਮੇਰਾ ਕਬੀਰ ਦਾ ਵੀ ਜਿਹੜਾ ਰੱਬ ਹੈ ਨਾ, ਪਰਮੇਸ਼ਰ ਹੈ। ਇਹ ਮੈਂ ਤੁਹਾਨੂੰ ਉਦਾਹਰਣ ਦਿੱਤੀ, ਹੁਣ ਮੇਰੀ ਸੁਣੋ। ਕਬੀਰ ਦਾ ਰੱਬ ਹੈ ਨਾ ਜਿਹੜਾ ਪਰਮੇਸ਼ਰ, ਜਿਹੜਾ ਵਿਆਪੀ ਹੈ, ਸਭਨਾ ਵਿੱਚ ਹੈ ਜਿਹੜਾ। ਕਬੀਰ ਕੋ ਠਾਕੁਰ ਆਨੰਦ, ਆਨੰਦ ਦਾ ਮਤਲਬ ਹੁੰਦਾ ਸਦਾ ਖੇੜੇ 'ਚ ਰਹਿਣ ਵਾਲਾ। ਬਿਨੋਦੀ ਬੜਾ ਚੋਜੀ ਹੈ। ਉਹ ਫੇਰ ਬਦਲ ਕਰਨ ਦੀ ਤਾਕਤ ਰੱਖਦਾ, ਚੇਤੇ 'ਚ ਰੱਖਿਓ। ਜਾਤ ਨਾ ਕਾਹੂ ਕੀ ਮਾਨੀ, ਉਹ ਵੀ ਕਿਸੇ ਦੀ ਬਰਾਦਰੀ ਵੇਖ ਕੇ ਉਹਨੂੰ ਨੇੜੇ ਨਹੀਂ ਲਾਉਂਦਾ। ਉਹ ਉਹਦੇ ਹਿਰਦੇ ਨੂੰ ਵੇਖ ਕੇ, ਉਹਦੇ ਸਮਰਪਣ ਭਾਵ ਨੂੰ, ਉਹਦੇ ਮਨ ਨੂੰ ਵੇਖ ਕੇ, ਉਹਦੀ ਸੁਰਤ ਨੂੰ ਵੇਖ ਕੇ ਉਹਦੇ 'ਤੇ ਬਖਸ਼ਿਸ਼ ਕਰਦਾ। ਇਹੀ ਉਹਦੀ ਨਿਸ਼ਾਨੀ, ਇਹੀ ਉਹਦੀ ਕਸਵੱਟੀ ਹੈ। ਸਾਹਿਬ ਕਿਰਪਾ ਕਰਨ, ਸ਼ਬਦ ਦਾ ਤਤ ਭਾਵ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ ਗਰੀਬ ਨਵਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।